ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਚਾਰੋਂ ਪਾਸੇ G20 ਦੀ ਗੱਲਬਾਤ ਚੱਲਦੀ ਪਈ ਆ। ਅਮਰੀਕਾ ਨੇ ਕਿੱਦਾਂ ਆਪਣਾ ਰੋਲ ਅਦਾ ਕੀਤਾ ਇੰਡੀਆ ਦੇ ਵਿੱਚ ਜੋ G20 ਦੀ ਸਮਿਟ ਹੋਈ, ਔਰ ਇਹੀ ਚਰਚਾ ਹੈ ਕਿ ਅੱਗੇ ਜਾ ਕੇ ਨਤੀਜੇ ਕੀ ਨਿਕਲਣਗੇ। ਚਾਈਨਾ ਤੇ ਰਸ਼ੀਆ ਦੂਰ ਰਹੇ ਨੇ ਇਸ ਸਮਿਟ ਤੋਂ, ਤੇ ਇਸ ਗੱਲ ਦਾ ਪੂਰਾ ਫਾਇਦਾ ਚੁੱਕਿਆ ਹੈ ਬਾਈਡਨ ਸਾਹਿਬ ਨੇ, ਅਮਰੀਕਾ ਨੇ। ਬਾਈਡਨ ਸਾਹਿਬ G20 ਦੀ ਸਮਿਟ ਤੋਂ ਬਾਅਦ ਸਿੱਧੇ ਚਲੇ ਗਏ ਵੀਅਤਨਾਮ, ਤੇ ਉੱਥੇ ਜਾ ਕੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਚਾਹੁੰਦਾ ਸੀ ਭਾਰਤ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਵੇ, ਪਰ ਪ੍ਰੈਸ ਕਾਨਫਰੰਸ ਨਹੀਂ ਹੋਈ। ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਅਮਰੀਕਾ ਗਏ ਨੇ, ਉੱਥੇ ਪ੍ਰੈਸ ਕਾਨਫਰੰਸ ਹੋਈ, ਤੇ ਉੱਥੇ ਵਾਲ ਸਟਰੀਟ ਜਰਨਲ ਦੀ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਭਾਰਤ ਦੀਆਂ ਕੰਡੀਸ਼ਨਸ ਬਾਰੇ ਮੋਦੀ ਸਾਹਿਬ ਨੂੰ। ਤਾਂ ਉਹਦੀ ਵੀ ਕਾਫੀ ਚਰਚਾ ਰਹੀ ਹੈ ਦੁਨੀਆ ਦੇ ਵਿੱਚ, ਕਿਉਂਕਿ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ, ਹਿਊਮਨ ਰਾਈਟਸ ਮਾਈਨੋਰਿਟੀਜ਼ ਦੀ ਗੱਲ ਹੁੰਦੀ ਹੈ, ਫ੍ਰੀ ਪ੍ਰੈਸ ਦੀ ਗੱਲ ਹੁੰਦੀ ਹੈ, ਇੱਕ ਪੂਰਨ ਰੂਪ ਦੇ ਵਿੱਚ ਲੋਕਤੰਤਰ ਨੂੰ ਕਿੱਦਾਂ ਸਥਾਪਿਤ ਕੀਤਾ ਜਾਵੇ ਉਹਦੀ ਗੱਲ ਹੁੰਦੀ ਹੈ। ਔਰ ਇਹੀ ਗੱਲ ਬਾਈਡਨ ਸਾਹਿਬ ਨੇ ਵੀਅਤਨਾਮ ਦੀ ਧਰਤੀ 'ਤੇ ਕੀਤੀ। ਇਹ ਇੱਕ ਅਲੱਗ ਮੁੱਦਾ ਨਿਕਲਿਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜੀਓ ਪੋਲਿਟਿਕਸ, ਪਰ G20 ਪੂਰੀ ਤਰ੍ਹਾਂ ਨਾਲ ਜੀਓ ਇਕਨੋਮਿਕਸ ਹੈ। ਇਸ ਕਰਕੇ ਅਸੀਂ ਇਕੋਨਮੀ ਦੀ ਗੱਲ ਕਰਾਂਗੇ ਕਿ ਪੂਰੀ ਦੁਨੀਆ ਦੀ ਇਕੋਨਮੀ ਨੂੰ ਕੀ ਫਾਇਦਾ ਹੋਇਆ ਤੇ ਕੀ ਫਾਇਦਾ ਨਹੀਂ ਹੋਇਆ, ਪਰ ਪੋਲਿਟਿਕਸ ਨਾਲ ਦੀ ਨਾਲ ਚੱਲੇਗਾ, ਕਿਉਂਕਿ ਪੋਲੀਟੀਕਲ ਇਕੋਨਮੀ ਅਸੀਂ ਸਾਰੇ ਜਾਣਦੇ ਹਾਂ ਹਰ ਥਾਂ ਦੇ ਉੱਤੇ ਆਪਣਾ ਕੰਮ ਕਰਦੀ ਪਈ ਹੈ ਤੇ ਪੂਰਨ ਰੂਪ ਦੇ ਵਿੱਚ ਕਰਦੀ ਪਈ ਹੈ, ਕਿਉਂਕਿ ਹਰ ਫੈਸਲਾ ਆਉਣ ਵਾਲੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਲਿੱਤਾ ਜਾਂਦਾ ਹੈ। ਔਰ G20 ਦਾ ਸੰਮੇਲਨ ਜੋ ਭਾਰਤ ਵਿੱਚ ਹੋਇਆ, ਉਹਦੇ ਬਾਰੇ ਵੀ ਐਕਸਪਰਟਸ ਇਹ ਰਾਏ ਰੱਖਦੇ ਨੇ ਕਿ ਕਿਤੇ ਨਾ ਕਿਤੇ ਇਸ ਸੰਮੇਲਨ ਨੂੰ ਪੋਲੀਟੀਕਲ ਰੰਗਤ ਦਿੱਤੀ ਗਈ ਹੈ ਕਿ ਸੰਨ 2024 ਦੇ ਵਿੱਚ ਭਾਰਤ ਦੇ ਵਿੱਚ ਜੋ ਇਲੈਕਸ਼ਨਸ ਹੋਣੀਆਂ ਨੇ ਉਸ ਨੂੰ ਸਾਹਮਣੇ ਰੱਖ ਕੇ। ਸੋ ਇਕੋਨਮੀ ਕੀ ਕਹਿੰਦੀ ਹੈ ਇਸ ਬਾਰੇ ਸਾਰੀ ਚਰਚਾ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਕੋਨੋਮਿਸਟ ਰਾਜੀਵ ਖੋਸਲਾ। ਉਹਨਾਂ ਨਾਲ ਗੱਲ ਕਰਾਂਗੇ ਕਿ ਅਮਰੀਕਾ ਦਾ ਕੀ ਰੋਲ ਰਿਹਾ ਹੈ G20 ਦੇ ਵਿੱਚ, ਔਰ ਅਮਰੀਕਾ ਪੂਰੀ ਦੁਨੀਆ ਨੂੰ ਕਿਵੇਂ ਫਾਇਦਾ ਦੇਣ ਵਾਲਾ ਹੈ ਇਸ ਸਮਿਟ ਤੋਂ, ਇਸ ਸੰਮੇਲਨ ਤੋਂ ਬਾਅਦ। ਵੈਲਕਮ ਟੂ NRI ਵਰਡ ਰਾਜੀਵ ਜੀ। ਮਿਹਰਬਾਨੀ ਜੀ ਖੰਨਾ ਸਾਹਿਬ। ਰਾਜੀਵ, ਦੇਖੋ G20 ਦੇ ਵਿੱਚ ਸਭ ਤੋਂ ਮੇਨ ਮੁੱਦਾ ਰਿਹਾ ਫੂਡ ਸਿਕਿਉਰਿਟੀ ਦਾ, ਕਿਉਂਕਿ ਇਹ ਹਮੇਸ਼ਾ ਤੋਂ ਡਿਸਕਸ਼ਨ ਹੁੰਦੀ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਕਿ ਭੁੱਖਮਰੀ ਫੈਲੀ ਹੋਈ ਹੈ ਤੇ ਗਰੀਬੀ ਕਿੱਦਾਂ ਦੂਰ ਕੀਤੀ ਜਾਵੇ, ਔਰ ਗਲੋਬਲ ਸਾਊਥ ਦਾ ਵਿਸ਼ਾ ਵੀ ਉੱਭਰਿਆ ਹੈ। ਔਰ G20 ਦੇ ਵਿੱਚ ਅਮਰੀਕਾ ਦੀ ਸਪੋਰਟ ਦੇ ਨਾਲ ਇੰਡੀਆ ਗਲੋਬਲ ਸਾਊਥ ਦਾ ਲੀਡਰ ਬਣ ਕੇ ਉੱਭਰਿਆ ਹੈ, ਔਰ ਅਸੀਂ ਜਾਣਦੇ ਹਾਂ ਕਿ ਸਾਊਥ ਅਫਰੀਕਾ ਨੂੰ ਵੀ ਸ਼ਾਮਿਲ ਕਰ ਲਿਆ ਗਿਆ G20 ਦੇ ਵਿੱਚ, ਔਰ ਹੁਣ G20 G21 ਬਣ ਚੁੱਕਾ ਹੈ। ਅਮਰੀਕਾ ਦਾ ਇਹ ਇੰਪੋਰਟੈਂਟ ਰੋਲ ਰਿਹਾ। ਹੁਣ ਅਸੀਂ ਗੱਲ ਕਰਾਂਗੇ ਜੋ ਪੂਰੀ ਦੁਨੀਆ ਇੱਕ ਸਮੱਸਿਆ ਨਾਲ ਉਲਝੀ ਹੋਈ ਹੈ। ਫਸਟ, ਫੂਡ ਸਿਕਿਉਰਿਟੀ। ਸੈਕਿੰਡ, ਬਾਇਓਫਿਊਲਸ, ਕਿਉਂਕਿ ਐਨਰਜੀ ਦੀ ਹਮੇਸ਼ਾ ਦਿੱਕਤ ਰਹੀ ਹੈ ਔਰ ਅੱਜ ਵੀ ਹੈ। ਕਿਤੇ ਨਾ ਕਿਤੇ ਰਸ਼ੀਆ ਔਰ ਯੂਕਰੇਨ ਦੀ ਵਾਰ ਕਰਕੇ ਵੀ ਐਨਰਜੀ ਸੋਰਸਿਸ ਦੀ ਦਿੱਕਤ ਆ ਰਹੀ ਹੈ। ਸੈਕਿੰਡ ਇਸ਼ੂ ਰਹੇਗਾ ਬਾਇਓਫਿਊਲਸ। ਐਂਡ ਥਰਡ, ਜੋ ਨਾਰਥ ਸਾਊਥ ਡਿਵਾਈਡ ਹੋਇਆ ਹੈ, ਉਹੀ ਗਲੋਬਲ ਸਾਊਥ ਦੀ ਜੋ ਮੈਂ ਗੱਲ ਕਰ ਰਿਹਾ। ਸੋ ਫੂਡ ਸਿਕਿਉਰਿਟੀ, ਬਾਇਓਫਿਊਲਸ ਐਂਡ ਨਾਰਥ ਸਾਊਥ ਡਿਵਾਈਡ, ਇਹਦੇ ਵਿੱਚ ਅਮਰੀਕਾ ਦਾ ਕੀ ਰੋਲ ਰਿਹਾ ਹੈ G20 ਦੇ ਵਿੱਚ? ਰਾਜੀਵ ਦੇਖੋ ਜੀ, G20 ਜਿਹੜਾ ਐਤਕੀ ਹੋਇਆ ਸਰ, ਇਹਨੂੰ ਅਸੀਂ ਕਿਸ ਪਰਿਪੇਖ ਦੇ ਵਿੱਚ ਦੇਖਦੇ ਹਾਂ, ਇਹ ਉਹਦੇ ਤੇ ਜ਼ਿਆਦਾ ਨਿਰਭਰ ਕਰਦਾ ਹੈ। ਸੋਸ਼ਲ ਸਾਇੰਟਿਸਟ ਇਹਨੂੰ ਆਪਣੇ ਤਰੀਕੇ ਦੇ ਨਾਲ ਦੇਖਦੇ ਨੇ, ਜਸਟ ਲਾਈਕ ਜਿੱਦਾਂ ਤੁਸੀਂ ਫੂਡ ਸਿਕਿਉਰਿਟੀ ਦੀ ਗੱਲ ਕੀਤੀ ਹੈ ਜਾਂ ਰਿਸੋਰਸਿਸ ਦੀ ਗੱਲ ਕੀਤੀ ਹੈ ਵੀ ਹਰੇਕ ਬੰਦੇ ਦੇ ਕੋਲ ਰਿਸੋਰਸਿਸ ਪਹੁੰਚਣ। ਇਹਨੂੰ ਪੋਲੀਟੀਕਲ ਸਾਇੰਟਿਸਟ ਆਪਣੇ ਤਰੀਕੇ ਦੇ ਨਾਲ ਦੇਖਦੇ ਨੇ ਬਈ ਨਾਰਥ ਸਾਊਥ ਜਿਹੜੀ ਡਿਵਾਈਡ ਹੈ ਉਹ ਖਤਮ ਹੋਣੀ ਚਾਹੀਦੀ ਹੈ। ਗਲੋਬਲ ਸਾਊਥ ਦੀ ਗੱਲ ਕੀਤੀ ਗਈ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਕਲਾਈਮੇਟ ਦੇ ਐਕਸਪਰਟਸ ਨੇ ਉਹ ਇਹਨੂੰ ਦੇਖਦੇ ਆ ਵੀ ਜਿਹੜਾ ਕਲਾਈਮੇਟ ਹੈ ਉਹਨੂੰ ਘੱਟ ਤੋਂ ਘੱਟ ਡੈਮੇਜ ਕੀਤਾ ਜਾਏ, ਕਿਸ ਤਰੀਕੇ ਦਾ ਉਪਰਾਲਾ ਸਾਰੇ ਮੁਲਕਾਂ ਵੱਲੋਂ ਕੀਤਾ ਜਾਏ ਵੀ ਘੱਟੋ ਘੱਟ ਡੈਮੇਜ ਸਾਡੀ ਮਦਰ ਅਰਥ ਨੂੰ, ਨੇਚਰ ਨੂੰ ਹੋਵੇ, ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਜਿਹੜੀਆਂ ਸਸਟੇਨੇਬਲ ਡਿਵੈਲਪਮੈਂਟ ਦੇ ਜਿਹੜੇ ਗੋਲ ਰੱਖੇ ਗਏ ਨੇ ਉਹ ਕਿਸੇ ਤਰੀਕੇ ਦੇ ਨਾਲ ਠੀਕ ਤਰੀਕੇ ਦੇ ਨਾਲ ਉਹਨਾਂ ਦੀ ਵਰਤੋਂ ਹੋ ਸਕੇ, ਉਹਨਾਂ ਦੀ ਜਿਹੜੇ ਟੀਚੇ ਰੱਖੇ ਗਏ ਨੇ ਉਹ ਪੂਰੇ ਮਿੱਥੇ ਜਾਣ।
ਜਿਹੜਾ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਹੈ, ਹੁਣ ਤੁਸੀਂ ਅਮਰੀਕਾ ਕਿਉਂਕਿ ਕਿਹਾ ਵੀ ਅਮਰੀਕਾ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਂਦਾ, ਇਹਦੀ ਬੜੀ ਵਿਸਥਾਰ ਦੇ ਨਾਲ ਚਰਚਾ ਹੋ ਸਕਦੀ ਹੈ ਕਿਉਂਕਿ ਅਮਰੀਕਾ ਨੇ ਇਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਰੋਲ ਪਲੇ ਕੀਤਾ, ਇਕਨੋਮਿਕਲੀ ਵੀ ਕੀਤਾ ਹੈਗਾ, ਸੋਸ਼ਲੀ, ਪੋਲੀਟੀਕਲੀ, ਕਲਾਈਮੈਟਿਕ ਪੁਆਇੰਟ ਆਫ ਵਿਊ ਤੋਂ ਤਾਂ ਕੀਤਾ ਹੀ ਕੀਤਾ, ਇੱਕ ਇਕਨੋਮਿਕਲੀ ਵੀ ਉਹਨਾਂ ਨੇ ਰੋਲ ਪਲੇ ਕੀਤਾ। ਜਿਹੜਾ ਮੈਂ ਖਾਸ ਕਰਕੇ ਚਰਚਾ ਕਰਨਾ ਚਾਹੁੰਦਾ ਜੀ, ਇੰਡੀਆ ਮਿਡਲ ਈਸਟ ਜਿਹੜਾ ਯੂਰਪ ਇਕਨੋਮਿਕ ਕੋਰੀਡੋਰ ਬਣਿਆ, ਇਹਦੀ ਭੂਮਿਕਾ ਜਿਹੜੀ ਬਣੀ ਹੈ ਇਹ ਇੱਥੇ ਨਹੀਂ ਬਣੀ ਹੈ। ਇਟ ਇਜ਼ ਨਾਟ ਕਿ ਇਹ ਇੱਥੇ G20 ਦੇ ਵਿੱਚ ਇਹਦੀ ਭੂਮਿਕਾ ਬਣ ਗਈ ਔਰ ਇਹ ਸਾਹਮਣੇ ਇਹਦੀ ਚਰਚਾ ਹੋ ਗਈ ਤੇ ਨਿਕਲ ਕੇ ਆ ਗਿਆ। ਨੋ, ਇਹ ਇਸ ਤੋਂ ਪਹਿਲਾਂ 1 ਸਾਲ ਪਹਿਲੋਂ ਹੀ ਅਮਰੀਕਾ ਨੇ ਇਸ ਦੇ ਬਾਰੇ ਚਰਚਾ ਸ਼ੁਰੂ ਕਰਤੀ ਸੀ। ਆਪਾਂ ਅੱਗੇ ਆਉਣ ਵਾਲੇ ਸਵਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਮੇਰੇ ਤੋਂ ਜਿਹੜੇ ਸਵਾਲ ਪੁੱਛੋਗੇ ਉਹਦੇ ਚ ਵਿਸਥਾਰ ਦੇ ਨਾਲ ਇਹਦੀ ਗੱਲ ਕਰਦੇ ਹਾਂ ਵੀ ਅਮਰੀਕਾ ਦਾ ਰੋਲ ਕੀ ਰਿਹਾ ਇਸ ਸਾਰੇ ਦੇ ਵਿੱਚ। ਲੇਕਿਨ ਡੈਫੀਨੇਟਲੀ ਤੁਸੀਂ ਜਿਹੜੀ ਆਪਣੇ ਉਚਾਰਨ ਕੀਤਾ ਹੈ ਵੀ ਅਮਰੀਕਾ ਨੇ ਜਿਹੜੀ ਗੈਰ ਹਾਜ਼ਰੀ ਰਹੀ ਹੈ ਰਸ਼ੀਆ ਦੀ ਤੇ ਚੀਨ ਦੀ, ਉਹਦੇ ਚ ਆਪਣਾ ਬਹੁਤ ਰੋਲ ਪਲੇ ਕੀਤਾ, ਬਹੁਤ ਸਾਰੇ ਆਪਣੇ ਪੱਤੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਚੱਲੇ ਨੇ ਵੀ ਡਿਪਲੋਮੈਟਿਕਲੀ ਉਹ ਹਿੰਦੁਸਤਾਨ ਨੂੰ ਆਪਣੇ ਵੱਲ ਨੂੰ ਖਿੱਚ ਕੇ ਲੈ ਗਿਆ। ਯੈਸ, ਕਾਫੀ ਜਦੋਜਹਿਦ ਰਹੀ ਔਰ ਕਾਫੀ ਕੋਸ਼ਿਸ਼ ਰਹੀ ਹੈ ਅਮਰੀਕਾ ਦੀ ਕਿ ਰਸ਼ੀਆ ਦੇ ਖੇਮੇ ਚੋਂ, ਖੈਰ ਖੇਮਾ ਵਰਡ ਯੂਜ਼ ਕਰਨਾ ਠੀਕ ਤਾਂ ਨਹੀਂ ਰਹੇਗਾ ਪਰ ਫਿਰ ਵੀ ਜੋ ਪੋਲੀਟੀਕਲ ਪੰਡਿਤਸ ਦੀ ਗੱਲ ਹੈ ਖੇਮਾ ਹੀ ਕਹਿੰਦੇ ਨੇ ਉਹ, ਕਿ US ਬਹੁਤ ਕੋਸ਼ਿਸ਼ ਕਰ ਰਿਹਾ ਕਿ ਰਸ਼ੀਆ ਦੇ ਖੇਮੇ ਵਿੱਚੋਂ ਭਾਰਤ ਨੂੰ ਕੱਢਿਆ ਜਾਵੇ ਤੇ ਆਪਣੇ ਨਾਲ ਮਿਲਾਇਆ ਜਾਵੇ ਕਿਉਂਕਿ ਚਾਈਨਾ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਜ਼ਰੂਰਤ ਹੈ ਭਾਰਤ ਦੀ US ਨੂੰ। ਤੇ ਉਧਰ ਅਸੀਂ ਦੇਖਦੇ ਹਾਂ ਕਿ ਯੁੱਧ ਦੇ ਵਿੱਚ ਉਲਝਿਆ ਹੋਇਆ ਹੈ ਰਸ਼ੀਆ, ਉਹਦੀ ਆਪਣੀ ਤਾਕਤ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ ਔਰ ਚਾਈਨਾ ਦੀ ਤਾਕਤ ਵੱਧਦੀ ਜਾ ਰਹੀ ਹੈ ਔਰ ਇਸ ਚੀਜ਼ ਦਾ ਫਾਇਦਾ ਉਹ ਚੁੱਕਣਾ ਚਾਹੁੰਦਾ ਹੈ ਔਰ ਗਲੋਬਲ ਲੀਡਰ ਬਣਨਾ ਚਾਹੁੰਦਾ ਹੈ ਔਰ ਅਮਰੀਕਾ ਆਲਰੇਡੀ ਗਲੋਬਲ ਲੀਡਰ ਹੈ, ਆਪਣੀ ਥਾਂ ਨਹੀਂ ਛੱਡਣਾ ਚਾਹੁੰਦਾ। ਇਸ ਕਰਕੇ ਮਰਿਆਦਾ ਦੀ ਗੱਲ ਕਰਦਾ ਹੈ ਅਮਰੀਕਾ ਔਰ ਚਾਈਨਾ ਨੂੰ ਮਰਿਆਦਾ ਦੇ ਵਿੱਚ ਰੱਖਣਾ ਚਾਹੁੰਦਾ ਹੈ। ਇਸ ਕਰਕੇ ਭਾਰਤ ਦੀ ਲੋੜ ਹੈ US ਨੂੰ ਕਿ ਕਿੱਦਾਂ ਚੀਨ ਨੂੰ ਘੇਰਿਆ ਜਾਵੇ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ। ਹਾਲਾਂਕਿ ਵੀਅਤਨਾਮ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਹੈ US ਨੇ, ਜਿਵੇਂ ਕਿ G20 ਦੇ ਵਿੱਚ ਕੋਸ਼ਿਸ਼ ਕੀਤੀ ਹੈ। ਸੋ ਕੋਰੀਡੋਰ ਦੀ ਅਸੀਂ ਗੱਲ ਕਰਦੇ ਪਏ ਹਾਂ ਇਕਨੋਮੀ ਦੇ ਵਿੱਚ ਕਿ US ਨੇ ਇਹਦੇ ਵਿੱਚ ਇੱਕ ਇੰਪੋਰਟੈਂਟ ਰੋਲ ਅਦਾ ਕੀਤਾ ਕਿ ਇੰਡੀਆ, ਮਿਡਲ ਈਸਟ ਤੇ ਯੂਰਪ ਇੱਕ ਕੋਰੀਡੋਰ ਬਣੇ। ਕਿਤੋਂ ਰੇਲ ਗੱਡੀ ਦੀ ਯਾਤਰਾ ਦੀ ਵੀ ਗੱਲ ਹੁੰਦੀ ਹੈ ਕਿ ਰੇਲ ਮਾਰਗ ਰਾਹੀਂ ਜੋੜਿਆ ਜਾਏਗਾ ਵੱਖ-ਵੱਖ ਇਲਾਕਿਆਂ ਨੂੰ, ਕਿਤੇ ਹਵਾਈ ਯਾਤਰਾ ਦੀ ਵੀ ਗੱਲ ਹੁੰਦੀ ਹੈ ਕਿਉਂਕਿ ਵਿੱਚ ਸਮੁੰਦਰ ਵੀ ਪੈਂਦਾ। ਖੈਰ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਪਰ ਇਹ ਜਿਹੜਾ ਕੋਰੀਡੋਰ ਹੈ ਕਿਉਂਕਿ ਮਿਡਲ ਈਸਟ ਦੇ ਉੱਤੇ ਅਮਰੀਕਾ ਵਿਸ਼ਵਾਸ ਕਰ ਰਿਹਾ ਹੈ। ਇਸ ਕੋਰੀਡੋਰ ਦਾ ਜਦੋਂ ਜ਼ਿਕਰ ਆਉਂਦਾ ਹੈ, ਜੇ ਅਸੀਂ ਪੋਲੀਟੀਕਲੀ ਦੇਖੀਏ ਇਹ ਕਿੱਦਾਂ ਕੰਬਾਈਨ ਕਰੋਗੇ ਤੁਸੀਂ ਪੋਲੀਟਿਕਸ ਨੂੰ ਔਰ ਇਕਨੋਮੀ ਨੂੰ, ਜਦੋਂ ਕਿ ਹਿਸਟਰੀ ਕਾਫੀ ਅਜੀਬੋ ਗਰੀਬ ਰਹੀ ਹੈ ਫਿਰ ਵੀ ਇਸ ਵਕਤ ਜੋ ਸਮੇਂ ਦੀ ਮੰਗ ਹੈ US ਦਾ ਕੀ ਰੋਲ ਹੈ ਔਰ ਇਸ ਕੋਰੀਡੋਰ ਨੂੰ ਬਣਾਉਣ ਦੇ ਵਿੱਚ ਔਰ ਇਸ ਨੂੰ ਸਫਲ ਕਰਨ ਦੇ ਵਿੱਚ ਕੀ ਕਦਮ ਚੁੱਕੇ ਜਾ ਰਹੇ ਨੇ? ਰਾਜੀਵ ਦੇਖੋ ਜੀ, ਜਿਹੜਾ ਇਹਦੀਆਂ ਡਿਟੇਲਸ ਨੇ IMEC ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਜਿਹੜਾ ਅਮਰੀਕਾ ਤੱਕ ਜਾਣਾ ਹੈਗਾ, ਜਿਹਦੇ ਵਿੱਚ ਟ੍ਰੇਡ ਦੀ ਗੱਲ ਕੀਤੀ ਗਈ ਹੈ ਵੀ ਜਿਹੜਾ ਐਕਸਪੋਰਟ ਤੇ ਇੰਪੋਰਟ ਹੈ ਉਹ ਕਿਸੇ ਤਰੀਕੇ ਨਾਲ ਸੁਖਾਵੇਂ ਮਾਹੌਲ ਦੇ ਵਿੱਚ ਹੁੰਦਾ ਰਹੇ। ਲੇਕਿਨ ਉਹਦੇ 'ਚ ਹਜੇ ਤੱਕ ਸਿਰਫ ਜੋ ਸਾਹਮਣੇ ਆਇਆ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ IMEC ਬਣੇਗਾ, ਇਹਦੇ 'ਚ ਰੇਲਵੇਜ਼ ਔਰ ਸ਼ਿਪਿੰਗ ਦੇ ਨਾਲ ਟ੍ਰੇਡ ਹੋਏਗਾ, ਰੇਲ ਗੱਡੀ ਚੱਲੇਗੀ, ਸ਼ਿਪਿੰਗ ਜਿਹੜੀ ਹੈ ਸ਼ਿਪ ਜਿਹੜੀਆਂ ਨੇ ਉਹ ਚੱਲਣਗੀਆਂ। ਪਰ ਇਹ ਕਿਸੇ ਨੇ ਨਹੀਂ ਹਜੇ ਤੱਕ ਦੱਸਿਆ ਵੀ ਉਹਦੀ ਫਾਈਨੈਂਸਿੰਗ ਕਿੱਥੋਂ ਹੋਏਗੀ, ਉਸ ਦੇ ਬਾਰੇ ਹਜੇ ਤੱਕ ਗੱਲ ਨਹੀਂ ਹੋਈ ਬਈ ਉਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਵੇਟਡ ਹੈ। ਸਿਰਫ ਇੰਨੀ ਗੱਲ ਇਹਦੇ ਚੋਂ G20 ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਇੱਕ ਇਦਾਂ ਦਾ ਟ੍ਰੇਡ ਕੋਰੀਡੋਰ ਬਣੇਗਾ, ਇਕਨੋਮਿਕ ਕੋਰੀਡੋਰ ਬਣੇਗਾ ਜਿਹੜਾ ਹਿੰਦੁਸਤਾਨ ਤੋਂ ਚੱਲੇਗਾ ਸਾਊਦੀ ਅਰੇਬੀਆ, UAE ਔਰ ਜਾਰਡਨ, ਇਜ਼ਰਾਈਲ ਔਰ ਇੱਥੋਂ ਹੁੰਦਾ ਹੋਇਆ ਯੂਰਪ ਤੱਕ ਜਾਏਗਾ। ਪਰ ਉਹਦੀ ਡਿਟੇਲਸ ਕੀ ਨੇ, ਕੌਣ ਉਹਦੀ ਫਾਈਨੈਂਸਿੰਗ ਕਰੇਗਾ, ਕਿੰਨਾ ਪਾਰਟ ਰੇਲ ਦੇ ਨਾਲ ਜਾਏਗਾ, ਕਿੰਨਾ ਜਿਹੜਾ ਹੈਗਾ ਸਮੁੰਦਰੀ ਜਹਾਜ਼ਾਂ ਦੇ ਨਾਲ ਹੋਏਗਾ, ਉਹਦੇ ਬਾਰੇ ਹਜੇ ਡਿਟੇਲ ਗੱਲ ਨਹੀਂ ਹੋਈ। ਦੂਜੀ ਚੀਜ਼ ਜਿਹੜੀ ਹੈ, ਦੇਖੋ ਮੈਂ ਆਪਣੇ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਅਮਰੀਕਾ ਦਾ ਇੱਕ ਬਹੁਤ ਵੱਡਾ ਇਹਦੇ ਵਿੱਚ ਰੋਲ ਰਿਹਾ। ਇਹ ਅਮਰੀਕਾ ਅੱਜ ਤੋਂ ਨਹੀਂ ਗੇਮ ਖੇਡ ਰਿਹਾ, ਇਹ ਅਮਰੀਕਾ ਨੇ ਪਿਛਲੇ ਸਾਲ ਜਦੋਂ ਜਰਮਨੀ ਦੇ ਵਿੱਚ ਬੈਠਕ ਹੋਈ ਹੈ ਉਸ ਵੇਲੇ G7 ਦੀ ਬੈਠਕ ਦੇ ਵਿੱਚ ਅਮਰੀਕਾ ਨੇ ਇਹਦੀ ਭੂਮਿਕਾ ਬੰਨ੍ਹਤੀ ਸੀ
ਅਮਰੀਕਾ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ G7 ਦੀ ਮੀਟਿੰਗ ਦੇ ਦੌਰਾਨ ਕਿ ਅਸੀਂ ਇੱਕ ਗਲੋਬਲ ਇਨਫਰਾਸਟ੍ਰਕਚਰ ਇਨੀਸ਼ੀਏਟਿਵ ਲੈਵਾਂਗੇ, GII ਜਿਹਦੀ ਗੱਲ ਕੀਤੀ ਸੀ, ਔਰ ਉਹਦੇ ਵਾਸਤੇ ਅਮਰੀਕਾ $600 ਬਿਲੀਅਨ ਜਿਹੜੇ ਨੇ ਉਹ ਛੱਡਣ ਦੇ ਲਈ ਆਪਣੇ ਕੋਲੋਂ ਦੇਣ ਦੇ ਲਈ ਤਿਆਰ ਸੀਗਾ ਇਸ ਫਾਈਨੈਂਸਿੰਗ ਦੇ ਲਈ। ਹੁਣ ਜੇ ਇਸ ਚੀਜ਼ ਨੂੰ ਗਲੋਬਲ ਇਨੀਸ਼ੀਏਟਿਵ ਇਨਫਰਾਸਟ੍ਰਕਚਰ ਇਨੀਸ਼ੀਏਟਿਵ ਜਿਹੜਾ ਇਹਨੂੰ ਅਸੀਂ ਦੇਖਦੇ ਹਾਂ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਨਾਲ ਮਿਲਾ ਕੇ, ਕਿਉਂਕਿ ਚੀਨ ਨੇ 2013 ਦੇ ਵਿੱਚ ਬੈਲਟ ਐਂਡ ਰੋਡ ਇਨੀਸ਼ੀਏਟਿਵ ਜਿਹੜਾ ਸੀਗਾ ਉਹ ਲਿੱਤਾ ਸੀ, ਜਿਹਦੇ ਵਿੱਚ ਚੀਨ 150 ਮੁਲਕਾਂ ਦੇ ਵਿੱਚ ਗਲੋਬਲੀ 150 ਮੁਲਕਾਂ ਤੱਕ ਟ੍ਰੇਡ ਨੂੰ ਸੁਖਾਵਾਂ ਬਣਾਉਣ ਦੀ ਗੱਲ ਕਰ ਰਿਹਾ ਸੀਗਾ। ਬਈ ਉੱਥੇ 150 ਮੁਲਕਾਂ ਦੇ ਨਾਲ ਚੀਨ ਦਾ ਜਿਹੜਾ ਹੈ ਟ੍ਰੇਡ ਐਕਸਪੋਰਟ ਇੰਪੋਰਟ ਹੋ ਸਕੇ। ਉੱਥੇ ਇਸ ਚੀਜ਼ ਨੂੰ ਹੁਣ ਜਿਹੜਾ ਗਲੋਬਲ ਇਨਫਰਾਸਟ੍ਰਕਚਰ ਇਨੀਸ਼ੀਏਟਿਵ ਹੈ ਇਹ ਔਰ ਬੈਲਟ ਐਂਡ ਰੋਡ ਇਨੀਸ਼ੀਏਟਿਵ ਇਹ ਦੋਨੋਂ ਅਗੇਂਸਟ ਇੱਕ ਦੂਜੇ ਦੇ ਪਲੇਸ ਹੋ ਸਕਦੇ ਨੇ। ਉੱਥੋਂ ਦੇਖਿਆ ਜਾ ਸਕਦਾ ਵੀ ਇਹ ਮੋਹਰ ਤਾਂ ਭਾਵੇਂ G20 ਦੇ ਵਿੱਚ ਲੱਗੀ ਹੈ, ਪਰ ਅਮਰੀਕਾ ਨੇ ਇਹਦੀ ਭੂਮਿਕਾ ਉਸ ਤੋਂ ਪਹਿਲਾਂ ਬਣਾਤੀ ਸੀ ਔਰ ਹੁਣ G20 ਦੇ ਵਿੱਚ ਹਿੰਦੁਸਤਾਨ ਨੂੰ ਇੱਕ ਇਸ ਦੇ ਲਈ ਇੱਕ ਬਹੁਤ ਵੱਡਾ ਰੋਲ ਦੇ ਕੇ ਸਾਹਮਣੇ ਖੜਾ ਕਰਤਾ ਵੀ ਹੁਣ ਗਲੋਬਲ ਇਨਫਰਾਸਟ੍ਰਕਚਰ ਇਨੀਸ਼ੀਏਟਿਵ ਹਿੰਦੁਸਤਾਨ ਦੇ ਮੋਢਿਆਂ ਦੇ ਉੱਤੇ ਰੱਖਤਾ ਵੀ ਤੁਸੀਂ ਅੱਗੇ ਚੱਲੋ। ਉਹਦਾ ਨਾਮ ਹੈ IMEC। ਅਸੀਂ ਇਹਨੂੰ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਕਹਿ ਰਹੇ ਹਾਂ। ਅਮਰੀਕਾ ਨੇ ਇਹਨੂੰ ਗਲੋਬਲ ਇਨਫਰਾਸਟ੍ਰਕਚਰ ਇਨੀਸ਼ੀਏਟਿਵ ਜਿਹਦੇ ਵਾਸਤੇ ਉਹਨੇ $600 ਬਿਲੀਅਨ ਮੁਕਰਰ ਕੀਤੇ ਸੀਗੇ ਉਹਦੇ ਨਾਮ ਤੇ ਚਲਾਇਆ ਹੈ। ਜੀ ਇਹਦੇ ਵਿੱਚ ਰਾਜੀਵ ਜੇ ਦੇਖਿਆ ਜਾਵੇ ਕਿ ਜਦੋਂ ਏਜੰਡਾ ਸਾਹਮਣੇ ਆਉਂਦਾ ਹੈ G20 ਦਾ, ਇਹਦਾ ਇੱਕ ਜਿੱਦਾਂ ਕਾਮਨ ਪੇਪਰ ਜਿਹਦੇ ਉੱਤੇ ਕਾਮਨ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਹੈ ਕਿ ਕਾਮਨ ਸੋਚ ਬਣਾਉਣ ਦੇ ਵਿੱਚ ਕਾਮਯਾਬੀ ਰਹੇ ਹਾਂ, ਕੋਸ਼ਿਸ਼ ਦੇ ਵਿੱਚ ਕਾਮਯਾਬੀ ਰਹੇ ਹਾਂ। ਉਹਦੇ ਵਿੱਚ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਇੱਕ ਹਾਰਡ ਪੈਰਾਗ੍ਰਾਫ ਰਾਹੀਂ ਐਕਸਪ੍ਰੈਸ ਕਰਨਾ ਚਾਹੁੰਦੇ ਸੀ, ਪਰ ਇੰਡੀਆ ਦੇ ਕਹਿਣ ਦੇ ਉੱਤੇ ਸੌਫਟ ਲੈਂਗੁਏਜ ਦਾ ਇਸਤੇਮਾਲ ਹੋਇਆ और इसका जिक्र खास करके रशिया की जो न्यूज़ एजेंसी है RT उन्हें भी किया कि सॉफ्ट लैंग्वेज इस्तेमाल की गई है। हालांकि यूक्रेन को ये गल पसंद नहीं आई, बट एक विन विन सिचुएशन ये है कि भारत की गल सारे वैस्ट ने मनी और सॉफ्ट लैंग्वेज इस्तेमाल हुई। सो एक थां दे उत्ते ते ये चीज़ सामने आउंदी है। दूजे पासे ये चीज़ सामने आउंदी है कि जदों ये कॉरीडोर बनता है उदों इंडिया ਦੇ ਉੱਤੇ ਇਹ ਗੱਲ ਵੀ ਆਉਂਦੀ ਹੈ ਕਿ ਇਹ ਸਾਈਡ ਲੈ ਰਿਹਾ ਹੈ US ਨਾਲ, ਇਹ ਸਾਈਡ ਲੈ ਰਿਹਾ ਹੈ ਨਾਟੋ ਦੇ ਨਾਲ, ਕਿਉਂਕਿ US ਨਾਟੋ ਨੂੰ ਸਪੋਰਟ ਕਰਦਾ ਹੈ ਔਰ ਨਾਟੋ ਵਾਰ ਨੂੰ ਸਪੋਰਟ ਕਰਦਾ ਹੈ ਔਰ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਇੰਡੀਆ ਇਨਵੋਲਵ ਹੋ ਰਿਹਾ ਉਧਰ ਅਗੇਂਸਟ ਰਸ਼ੀਆ, ਅਗੇਂਸਟ ਚਾਈਨਾ, ਅਗੇਂਸਟ ਨਾਰਥ ਕੋਰੀਆ, ਅਗੇਂਸਟ ਸਾਊਦੀ ਅਰੇਬੀਆ ਐਂਡ ਈਰਾਨ। ਸੋ ਇੱਕ ਗਰੁੱਪ ਹੈ ਔਰ ਉਧਰ ਜਦੋਂ ਅਸੀਂ ਬ੍ਰਿਕਸ ਦੀ ਗੱਲ ਕਰਦੇ ਹਾਂ ਉੱਥੇ ਡੀ ਡਾਲਰਾਈਜੇਸ਼ਨ ਦੀ ਗੱਲ ਹੁੰਦੀ ਹੈ, ਅਮਰੀਕਾ ਦੇ US ਡਾਲਰ ਦੀ ਗੱਲ ਹੁੰਦੀ ਹੈ ਔਰ ਇੰਡੀਆ ਉੱਥੇ ਵੀ ਖੜਾ ਹੈ। ਸੋ ਇਹ ਰੋਲ ਬੜਾ ਕ੍ਰਿਟੀਕਲ ਜਿਹਾ ਹੋ ਜਾਂਦਾ ਹੈ ਔਰ ਕਨਫਿਊਜ਼ਨ ਕ੍ਰੀਏਟ ਹੁੰਦਾ ਹੈ ਕਿ ਇਹ ਕਨਫਿਊਜ਼ਨ ਹੈ ਕਿਉਂ, ਇੰਡੀਆ ਕਿੱਥੇ ਖੜਾ ਹੈ। ਨਾਓ ਵਾਟ ਇਜ਼ ਦ ਰਾਈਟ ਪੋਜੀਸ਼ਨ ਰਾਜੀਵ ਇੰਡੀਆ ਦੀ? ਜਿਹੜਾ ਸਰ ਵਿਨ ਵਿਨ ਸਿਚੁਏਸ਼ਨ ਹੈ ਨਾ ਵਰਡ, ਦਿਸ ਇਜ਼ ਅ ਹਾਈਲੀ ਡਿਪਲੋਮੈਟਿਕ ਵਰਡ। ਵਿਨ ਵਿਨ ਦਾ ਕੀ ਮਤਲਬ ਹੈ? ਦੋਨੋਂ ਪੱਖ ਜਿੱਤ ਗਏ। ਇਹ ਜਿਹੜੇ ਦੋਨੋਂ ਪੱਖ ਜਿਹੜੇ ਜਿੱਤਦੇ ਆ ਨਾ, ਉਹ ਜਦੋਂ ਜਾਂ ਤਾਂ ਦੋਨੋਂ ਹਾਰੇ ਹੋਣ ਜਾਂ ਇੱਕ ਹਾਰਿਆ ਹੋਵੇ ਉਹ ਦੂਸਰੇ ਨੂੰ ਕੰਸੋਲੇਸ਼ਨ ਦੇ ਲਈ ਕਹਿ ਦਿੰਦਾ ਨਹੀਂ ਜੀ ਦੋਨੋਂ ਅਸੀਂ ਜਿੱਤ ਗਏ ਆ। ਇਹ ਵਿਨ ਵਿਨ ਸਿਚੁਏਸ਼ਨ ਉਸ ਵੇਲੇ ਆਉਂਦੀ ਹੈ। ਸੋ ਇਹ ਇੱਥੋਂ ਹੀ ਕਲੀਅਰ ਹੋ ਜਾਂਦਾ, ਜਿਹੜੇ ਵਰਡਸ ਤੁਸੀਂ ਗੱਲ ਕੀਤੀ ਹੈ ਬਈ ਵਿਨ ਵਿਨ ਸਿਚੁਏਸ਼ਨ, ਇਹ ਉੱਥੋਂ ਹੀ ਕਲੀਅਰ ਹੋ ਜਾਂਦਾ ਕਿੰਨੀ ਕੁ ਵਿਨ ਵਿਨ ਹੈਗੀ ਹੈ। ਇਟ ਇਜ਼ ਨਾਟ ਲਾਈਕ ਦੈਟ। ਮੈਂ ਤੁਹਾਨੂੰ ਦੱਸਦਾ ਜੀ ਜੋ ਜਿੰਨਾ ਕੁ ਮੈਨੂੰ ਇਸ ਚੀਜ਼ ਦੇ ਬਾਰੇ ਸਮਝ ਆਈ ਹੈ, ਹਿੰਦੁਸਤਾਨ ਨੇ ਅਮਰੀਕਾ ਵੱਲ ਨੂੰ ਕਿਸੇ ਨਾ ਇਹ ਅਸੀਂ ਛੱਡ ਦਈਏ ਵੀ ਹਿੰਦੁਸਤਾਨ ਰਸ਼ੀਆ ਦੇ ਨਾਲ ਨਹੀਂ ਸੀਗਾ। ਹਿੰਦੁਸਤਾਨ ਡੈਫੀਨੇਟਲੀ ਰਸ਼ੀਆ ਦੇ ਨਾਲ ਸੀਗਾ। ਅਸੀਂ ਰੂਬਲ ਟ੍ਰੇਡ ਦੀ ਗੱਲ ਕਰ ਰਹੇ ਸੀਗੇ 6 ਮਹੀਨੇ ਪਹਿਲਾਂ। ਅਸੀਂ ਰਸ਼ੀਆ ਤੋਂ $60 ਪ੍ਰਤੀ ਬੈਰਲ ਤੇ ਤੇਲ ਬਹੁਤ ਜ਼ਿਆਦਾ ਖਰੀਦਿਆ ਔਰ ਉਹ ਤੇਲ ਅਸੀਂ ਰਿਫਾਈਨ ਕਰਕੇ ਯੂਰਪ ਨੂੰ ਭੇਜਿਆ, ਵੇਚਦੇ ਰਹੇ ਹਾਂ ਅਸੀਂ। ਸੋ ਵੀ ਹੈਡ ਗੁੱਡ ਰਿਲੇਸ਼ਨਸ ਵਿਦ ਰਸ਼ੀਆ, लेकिन at the same time we didn't want to disappoint America also। ਅਸੀਂ ਨਹੀਂ ਸੀ ਚਾਹੁੰਦੇ ਵੀ ਅਮਰੀਕਾ ਨੂੰ ਵੀ ਕਿਸੇ ਤਰੀਕੇ ਨਾਲ ਨਿਰਾਸ਼ ਕੀਤਾ ਜਾਏ। ਅਮਰੀਕਾ ਨੂੰ ਵੀ ਇੱਕ ਪਾਰਟਨਰ ਚਾਹੀਦਾ ਸੀਗਾ ਜਾਂ ਚਾਹੀਦਾ ਹੈ ਜਿਹੜਾ ਕਿ ਇੱਥੇ ਸਾਊਥ ਦੇ ਵਿੱਚ ਪਲੇਸ ਕੀਤਾ ਜਾ ਸਕੇ, ਵੱਡਾ ਮੁਲਕ ਹੋਵੇ। ਚਾਈਨਾ ਦੀ ਜਾਪਾਨ ਦੇ ਨਾਲ ਉਨੀ ਅੱਛੀ ਇਕੁਏਸ਼ਨ ਨਹੀਂ ਹੈ। ਰਸ਼ੀਆ ਜਾਪਾਨ ਦੇ ਨਾਲ ਠੀਕ ਰਿਲੇਸ਼ਨਸ ਹੈ।
ਉਹਨਾਂ ਨੂੰ ਇੱਕ ਵੱਡਾ ਮੁਲਕ ਇੱਥੇ ਚਾਹੀਦਾ ਸੀਗਾ ਜਿਹੜਾ ਅਮਰੀਕਾ ਨੂੰ, ਜਿਹੜਾ ਉਹਨਾਂ ਦੀ ਹੈਲਪ ਕਰ ਸਕੇ, ਔਰ ਉਹਨਾਂ ਨੇ, ਅਮਰੀਕਾ ਨੇ ਇੰਡੀਆ ਨੂੰ ਉਸ ਤੌਰ ਦੇ ਉੱਤੇ ਦੇਖਿਆ। ਇਸ ਤੋਂ ਪਹਿਲਾਂ ਅਮਰੀਕਾ ਜਿਹੜਾ ਹੈ ਪਾਕਿਸਤਾਨ ਦੀ ਹੈਲਪ ਕਰਦਾ ਰਿਹਾ, ਪਰ ਹੁਣ ਪਾਕਿਸਤਾਨ ਕਿਤੇ ਨਾ ਕਿਤੇ, ਜਿੱਦਾਂ ਤੁਸੀਂ ਵਰਡ ਯੂਜ਼ ਕੀਤਾ ਵੀ ਦੂਸਰੇ ਖਿੱਤੇ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ, ਚੀਨ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ। ਇਸ ਕਰਕੇ ਹਿੰਦੁਸਤਾਨ ਉਹਨਾਂ ਦੇ ਲਈ ਬਹੁਤ ਹੀ ਇੱਕ ਐਪਰੋਪ੍ਰੀਏਟ ਜਗ੍ਹਾ ਬਣ ਕੇ ਆਈ ਹੈ, ਔਰ ਹਿੰਦੁਸਤਾਨ ਨੇ ਵੀ ਪੂਰਾ ਰੈਸੀਪ੍ਰੋਕੇਟ ਕੀਤਾ। ਇਹ ਨਹੀਂ ਹੈ ਕਿ ਹਿੰਦੁਸਤਾਨ ਨੇ ਰੈਸੀਪ੍ਰੋਕੇਟ ਨਹੀਂ ਕੀਤਾ। ਹਿੰਦੁਸਤਾਨ ਨੇ, ਆਪਾਂ ਘਟਨਾਕ੍ਰਮ ਦੇਖੀਏ ਸਰ ਕੀ ਹੋਇਆ। ਜੋ ਬਾਈਡਨ ਜਿੱਦਣ ਹੀ ਅਮਰੀਕਾ ਤੋਂ ਹਿੰਦੁਸਤਾਨ ਦੇ ਵਿੱਚ G20 ਦੇ ਵਿੱਚ ਸ਼ਿਰਕਤ ਕਰਨ ਦੇ ਲਈ ਫਲਾਈਟ ਪਕੜਦੇ ਆ, ਨਾਲ ਦੇ ਨਾਲ ਹਿੰਦੁਸਤਾਨ ਦੇ ਵਿੱਚੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ। ਮੋਦੀ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਵੀ ਇੰਪੋਰਟ ਡਿਊਟੀ ਜਿਹੜੀ ਹੈ ਕੁਝ ਵਸਤਾਂ ਤੇ, ਜਿਹੜੀਆਂ ਵਸਤਾਂ ਅਸੀਂ ਅਮਰੀਕਾ ਤੋਂ ਖਰੀਦਦੇ, ਆਯਾਤ ਕਰਦੇ ਆ, ਜਿਹੜੀਆਂ ਉੱਥੋਂ ਆਉਂਦੀਆਂ, ਸਾਡੇ ਕੋਲ ਇੰਪੋਰਟਡ ਆਉਂਦੀਆਂ ਨੇ, ਜਿਸ ਤਰੀਕੇ ਦੇ ਨਾਲ ਬਦਾਮ ਹੈ, ਸੇਬ ਹੈ, ਪੋਲਟਰੀ ਪ੍ਰੋਡਕਟਸ ਨੇ, ਇਹਨਾਂ ਦੇ ਉੱਤੇ ਈਵਨ ਦਾਲਾਂ ਜਿਹੜੀਆਂ ਨੇ, ਇਹਨਾਂ ਦੇ ਉੱਤੇ ਅਸੀਂ ਇੰਪੋਰਟ ਡਿਊਟੀ 5 ਤੋਂ 10% ਘਟਾਤੀ। ਇਹ ਇੱਕ ਪਹਿਲਾ ਘਟਨਾਕ੍ਰਮ ਜਿਹੜਾ ਬਣਦਾ ਹੈ। ਉਸ ਤੋਂ ਦੂਸਰਾ ਘਟਨਾਕ੍ਰਮ ਜਿਹੜਾ ਹੈ, ਹਿੰਦੁਸਤਾਨ ਨੇ ਆਲਮੋਸਟ ਪਹਿਲੇ ਹਫਤੇ ਦੇ ਵਿੱਚ, ਸਤੰਬਰ ਦੇ ਵਿੱਚ, ਇਸ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਵੀ ਕੰਪਿਊਟਰ ਤੇ ਲੈਪਟਾਪ, ਜਾਂ ਜਿਹੜੇ ਪਾਰਟਸ ਨੇ ਕੰਪਿਊਟਰਸ ਦੇ, ਲੈਪਟਾਪਸ ਦੇ, ਜਿਹੜੀਆਂ ਹਾਰਡਵੇਅਰ ਚੀਜ਼ਾਂ ਨੇ, ਇਹਨਾਂ ਦੇ ਵਾਸਤੇ ਹੁਣ ਲਾਇਸੈਂਸਿੰਗ ਦੀ ਲੋੜ ਹੋਏਗੀ ਜੇ ਤੁਸੀਂ ਬਾਹਰੋਂ ਇੰਪੋਰਟ ਕਰਨਾ ਚਾਹੁੰਦੇ ਹੋ। ਯਾਨੀ ਕਿ ਜੇ ਅਸੀਂ ਕੋਈ ਚੀਜ਼ ਇੰਪੋਰਟ ਕਰਨਾ ਚਾਹੁੰਦੇ ਹਾਂ ਕੰਪਿਊਟਰ ਰਿਲੇਟਡ, ਲੈਪਟਾਪ ਰਿਲੇਟਡ, ਉਹਨਾਂ ਵਾਸਤੇ ਸਾਨੂੰ ਇੰਪੋਰਟ ਕਰਨ ਲਈ ਲਾਇਸੈਂਸ ਚਾਹੀਦਾ ਹੈ। ਜਿਓ ਲਾਇਸੈਂਸ ਬਣ ਜਾਂਦਾ, ਜਿਓ ਲਾਇਸੈਂਸ ਰਾਜ ਆ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ, ਉਹਦੇ ਨਾਲ ਸਭ ਤੋਂ ਜ਼ਿਆਦਾ ਮਾਰ ਪੈਂਦੀ ਹੈ ਅਮਰੀਕਾ ਦੀਆਂ ਕੰਪਨੀਆਂ। ਉੱਥੇ ਦਾ HP, ਲੈਨੋਵੋ, ਡੈਲ, ਏਸਰ, ਜਿਹੜੀਆਂ ਇਦਾਂ ਦੀਆਂ ਕੰਪਨੀਆਂ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੋਰਟ ਦਾ ਨੁਕਸਾਨ ਹੋਣਾ ਸੀ ਉੱਥੋਂ ਦੀ ਹਿੰਦੁਸਤਾਨ ਨੂੰ ਇੰਪੋਰਟ ਕਰਨ ਦੇ ਵਿੱਚ। ਇਸ ਕਰਕੇ ਉਹ ਜੋ ਬਾਈਡਨ ਦੇ ਕੋਲ ਪਹਿਲਾਂ ਹੀ ਪਹੁੰਚ ਜਾਂਦੇ ਆ। ਉਹਨਾਂ ਨੇ ਜਾ ਕੇ ਬਾਈਡਨ ਨੂੰ ਸਮਝਾਇਆ ਵੀ ਹਿੰਦੁਸਤਾਨ ਨੂੰ ਕਹੋ ਵੀ ਆਹ ਚੀਜ਼ਾਂ ਜਿਹੜੀਆਂ ਨੇ ਬੰਦ ਕਰੇ, ਇਹਦੇ ਨਾਲ ਤਾਂ ਸਾਨੂੰ ਨੁਕਸਾਨ ਹੋ ਜਾਣਾ। ਜੋ ਬਾਈਡਨ ਹਿੰਦੁਸਤਾਨ 'ਚ ਪਹੁੰਚਦੇ ਆ, ਆਂਦੇ ਹਿੰਦੁਸਤਾਨ ਸਰਕਾਰ ਉਹਦੇ ਤੇ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਨੋ, ਹੁਣ ਇਹਦੇ ਵਾਸਤੇ ਸਿਰਫ ਰਜਿਸਟ੍ਰੇਸ਼ਨ ਚਾਹੀਦੀ ਹੈ, ਨਾਰਮਲ ਜਿੱਦਾਂ ਕਿਸੇ ਐਕਸਪੋਰਟ ਦੇ ਲਈ ਰਜਿਸਟ੍ਰੇਸ਼ਨ ਚਾਹੀਦੀ ਹੁੰਦੀ ਹੈ, ਲਾਇਸੈਂਸ ਖਤਮ ਕਰਤਾ ਹਿੰਦੁਸਤਾਨ ਨੇ। ਅਸੀਂ ਇਹ ਦੂਜਾ ਘਟਨਾਕ੍ਰਮ ਦੇਖਦੇ ਹਾਂ। ਤੀਸਰਾ ਘਟਨਾਕ੍ਰਮ, ਹੁਣ ਅਮਰੀਕਾ ਕਿਸ ਤਰੀਕੇ ਨਾਲ ਇਹਨੂੰ ਰੈਸੀਪ੍ਰੋਕੇਟ ਕਰ ਰਿਹਾ। ਅਮਰੀਕਾ ਨੇ ਹਿੰਦੁਸਤਾਨ ਦੇ ਅਗੇਂਸਟ WTO ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਮੁਕੱਦਮੇ ਦਾਇਰ ਕੀਤੇ ਹੋਏ ਸੀ। ਉਹਨਾਂ ਮੁਕੱਦਮਿਆਂ ਨੂੰ ਜਿਹੜਾ ਅਮਰੀਕਾ ਹੈ ਉਹਨੇ ਵਾਪਸ ਲੈ ਲਿਆ। G20 ਦੀ ਮੀਟਿੰਗ ਤੋਂ ਪਹਿਲਾਂ ਹੀ, ਜਦੋਂ ਮੋਦੀ ਸਾਹਿਬ ਅਮਰੀਕਾ ਹੋ ਕੇ ਆਏ ਆ, ਉਦੋਂ ਹੀ ਇਹ ਡੀਲਸ ਜਿਹੜੀਆਂ ਸੀ ਫਾਈਨਲ ਹੋਣੀਆਂ ਸ਼ੁਰੂ ਹੋ ਗਈਆਂ ਸੀ। ਉਹ ਮੁਕੱਦਮੇ ਜਿਹੜੇ ਨੇ G20 ਦੀ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਵਿਡਰਾ ਕਰ ਲਏ। ਇਸ ਦੇ ਨਾਲ ਹੀ ਜਿਹੜਾ ਸਭ ਤੋਂ ਵੱਡਾ ਪੁਆਇੰਟ ਹੋਇਆ, ਅਮਰੀਕਨ ਨੇਵੀ ਦੇ ਜਿਹੜੇ ਸ਼ਿਪ ਇੱਥੇ ਖੜੇ ਨੇ, ਉਹਨਾਂ ਸ਼ਿਪ ਦੀ ਮੁਰੰਮਤ ਦੇ ਲਈ ਮਾਜ਼ਾਗਾਓ ਜਿਹੜਾ ਡੌਕਯਾਰਡ ਹੈਗਾ, ਉੱਥੇ ਇੱਕ ਕਰਾਰ ਹੋ ਜਾਂਦਾ ਹਿੰਦੁਸਤਾਨ ਔਰ ਅਮਰੀਕਾ ਦੇ ਦੌਰਾਨ, ਅਮਰੀਕਾ ਦੇ ਵਿੱਚ, ਕਿ ਜਿਹੜੀ ਉੱਥੇ ਦੇ ਸ਼ਿਪ ਨੇ, ਅਮਰੀਕਨ ਸ਼ਿਪ, ਹਿੰਦੁਸਤਾਨ ਠੀਕ ਕਰੇਗਾ, ਕਿਉਂਕਿ ਉਹਨਾਂ ਨੇ ਇਹਨੂੰ ਪਲੇਸ ਕਰਨਾ ਚਾਈਨਾ ਦੇ ਲਈ ਸੀ ਦੇ ਵਿੱਚ, ਪੈਸੀਫਿਕ ਓਸ਼ਨ ਦੇ ਵਿੱਚ ਉਹਨਾਂ ਸ਼ਿਪ ਦੀ ਪਲੇਸਮੈਂਟ ਜਿਹੜੀ ਹੈ ਉੱਥੇ ਕੀਤੀ ਜਾਂਦੀ ਹੈ। ਉਹ ਇਸ ਕਰਕੇ, ਜਾਂ ਇੰਡੀਅਨ ਓਸ਼ਨ ਦੇ ਵਿੱਚ ਉਹ ਆਉਣਗੇ, ਠੀਕ ਹੋਣ ਦੇ ਲਈ ਆਉਣਗੇ, ਉਹ ਮਾਜ਼ਾਗਾਓ ਪੋਰਟ ਦੇ ਉੱਤੇ ਆਉਣਗੇ। ਸੋ ਬੋਥ ਆਰ ਰੈਸੀਪ੍ਰੋਕੇਟਿੰਗ ਈਚ ਅਦਰ। ਉਹਨਾਂ ਨੂੰ ਹਿੰਦੁਸਤਾਨ ਦੇ ਤੌਰ ਤੇ ਇੱਕ ਮੋਹਰਾ ਮਿਲ ਗਿਆ, ਇੱਕ ਮੁਲਕ ਇਦਾਂ ਦਾ ਮਿਲ ਗਿਆ ਜਿਹਦੇ ਨਾਲ ਉਹ ਚੀਨ ਨੂੰ ਅੱਖਾਂ ਦਿਖਾ ਸਕਦੇ, ਹਿੰਦੁਸਤਾਨ ਨੂੰ ਆਪਣੇ ਜਿਹੜੇ ਕੰਮ ਨੇ ਉਹ ਕਰਨ ਦੇ ਲਈ ਇੱਕ ਚੰਗਾ ਫਰੈਂਡ ਮਿਲ ਗਿਆ। ਹੁਣ ਇਹ ਚੰਗਾ ਹੈ ਜਾਂ ਬੈਡ ਫੈਦਰ ਫਰੈਂਡ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇਹ ਜ਼ਰੂਰ ਹੈ, ਤੁਸੀਂ ਜਿਹੜਾ ਦੂਸਰਾ ਸਵਾਲ ਇਹਦੇ ਵਿੱਚ ਪੁੱਛਿਆ ਵੀ ਬ੍ਰਿਕਸ ਦੇ ਨਾਲ, ਰਸ਼ੀਆ ਦੇ ਨਾਲ ਅਸੀਂ ਰਿਲੇਸ਼ਨ ਖਰਾਬ ਨਹੀਂ ਕਰ ਸਕਦੇ, ਵੀ ਕੈਨ ਨਾਟ ਅਫੋਰਡ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਰਿਲੇਸ਼ਨ ਜਿਹੜੇ ਨੇ ਬਹੁਤ ਜ਼ਿਆਦਾ ਅੱਛੇ ਨਹੀਂ ਰਹੇ ਹੈ, ਹੁਣ ਥੋੜਾ ਖਰਾਬ ਹੋਣੇ ਸ਼ੁਰੂ ਹੋ ਗਏ ਹੈ। ਪਹਿਲਾਂ ਤਾਂ ਬੜੇ ਵਧੀਆ ਸੀਗੇ, 6 ਮਹੀਨੇ ਪਹਿਲਾਂ ਜਦੋਂ ਲੜਾਈ ਹੋਈ ਹੈ, ਇੰਡੀਆ ਨੇ ਰਸ਼ੀਆ ਦੀ ਸਪੋਰਟ ਕੀਤੀ ਹੈ। ਹੁਣ ਵੀ ਇੰਡੀਆ ਨੇ ਜਿਹੜੇ ਸਟਰੋਂਗ ਵਰਡਸ ਹੈ ਰਸ਼ੀਆ ਦੇ ਅਗੇਂਸਟ, ਉਹਨਾਂ ਨੂੰ ਕੰਡੈਮ ਕੀਤਾ ਜਾਂ ਉਹਨਾਂ ਨੂੰ ਨਹੀਂ ਆਉਣ ਦਿੱਤਾ। ਸੋ ਇੰਡੀਆ ਇੱਕ ਬੈਲੈਂਸ ਬਣਾ ਕੇ ਜ਼ਰੂਰ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਕਿਤੇ ਨਾ ਕਿਤੇ ਚੀਨ ਦੇ ਕਰਕੇ ਹਿੰਦੁਸਤਾਨ ਅਮਰੀਕਾ ਵੱਲ ਨੂੰ ਇਦਾਂ ਲੱਗਦਾ ਵੀ ਜਾ ਰਿਹਾ। ਓਕੇ, ਅਮਰੀਕਾ ਨੂੰ ਲੋੜ ਹੈ ਇੰਡੀਆ ਦੀ ਚੀਨ ਨੂੰ ਘੇਰਨ ਵਾਸਤੇ, ਚੀਨ ਨੂੰ ਲੋੜ ਹੈ ਪਾਕਿਸਤਾਨ ਦੀ ਇੰਡੀਆ ਨੂੰ ਘੇਰਨ ਵਾਸਤੇ, ਔਰ
ਚਾਈਨਾ ਤੇ ਇੰਡੀਆ ਦੀ ਹਿਸਟਰੀ ਇਹ ਰਹੀ ਹੈ ਕਿ ਗਰਮਾ ਗਰਮੀ ਹੁੰਦੀ ਰਹੀ ਹੈ, ਅਮਰੀਕਾ ਇਸ ਗੱਲ ਨੂੰ ਜਾਣਦਾ ਹੈ। ਤੇ ਪਾਕਿਸਤਾਨ ਤੇ ਇੰਡੀਆ ਦੀ ਹਿਸਟਰੀ ਇਹ ਰਹੀ ਹੈ ਕਿ ਆਪਸ 'ਚ ਗਰਮਾ ਗਰਮੀ ਹੁੰਦੀ ਰਹੀ ਹੈ, ਇਸ ਗੱਲ ਨੂੰ ਚਾਈਨਾ ਜਾਣਦਾ ਹੈ। ਸੋ ਇੱਕ ਦੂਜੇ ਦੇ ਲਈ ਤੇ ਇੱਕ ਦੂਜੇ ਦੇ ਵਿਰੁੱਧ ਕਿਵੇਂ ਕਿਹਨੂੰ ਇਸਤੇਮਾਲ ਕਰਨਾ ਹੈ, ਦਿਸ ਇਜ਼ ਆਲ ਅਬਾਊਟ ਪੋਲਿਟਿਕਸ, ਔਰ ਇਹਦੇ ਵਿੱਚੋਂ ਹੀ ਬਿਜ਼ਨਸ ਵਾਸਤੇ ਕੋਈ ਨਾ ਕੋਈ ਰਾਹ ਕੱਢਣਾ ਹੈ। ਫੈਂਟਾਸਟਿਕ ਰਾਜੀਵ ਜੀ। ਸੋ ਇੱਕ ਗੱਲ ਆਪਾਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ G20 ਦਾ ਹਾਈਪ ਕ੍ਰੀਏਟ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ, ਇਹ ਮੀਡੀਆ ਹਾਈਪ ਹੈ ਜਾਂ ਐਕਚੁਅਲੀ ਕੋਈ ਇੱਦਾਂ ਦਾ ਹੋਇਆ ਵੀ ਹੈ ਜੋ ਸਾਰਾ ਕੁਝ ਦਿਖਾਇਆ ਜਾ ਰਿਹਾ? ਕਿਉਂਕਿ ਇਹ ਬਹੁਤਾ ਕਿਤੇ ਇਹ ਸਾਰੇ ਰਾਸ਼ਟਰ ਔਰ ਸਾਰੇ ਰਾਸ਼ਟਰਾਂ ਦੇ ਜਿਹੜੇ ਪ੍ਰਤੀਨਿਧੀ ਨੇ, ਲੀਡਰਸ ਨੇ, ਆਪਸ 'ਚ ਇੱਕ ਮਤ ਹੋ ਜਾਣ, ਇੱਕ ਕਾਮਨ ਸੋਚ ਬਣ ਜਾਵੇ, ਇਹ ਥੋੜੀ ਮੁਸ਼ਕਿਲ ਹੈ। ਕਿਉਂਕਿ ਹਰੇਕ ਬੰਦਾ ਆਪਣਾ ਨਿੱਜੀ ਹਿੱਤ ਦੇਖਦਾ ਹੈ, ਹਰੇਕ ਦੇਸ਼ ਆਪਣਾ ਪਰਸਨਲ ਬੈਨੀਫਿਟ ਦੇਖਦਾ ਹੈ। ਉਸ ਤੋਂ ਉੱਤੇ ਜੇ ਉੱਠਾਂਗੇ, ਪਰਸਨਲ ਬੈਨੀਫਿਟ ਤੋਂ ਉੱਤੇ ਉੱਠ ਕੇ ਹੀ ਅਸੀਂ ਸਾਰੀ ਦੁਨੀਆ ਦੇ ਭਲੇ ਵਾਸਤੇ ਸੋਚਦੇ ਪਏ ਹਾਂ, ਤਾਂ ਹੀ ਅਸੀਂ ਸੋਚ ਸਕਦੇ ਹਾਂ। ਉਹ ਵਾਕਈ ਸਾਰੇ ਲੀਡਰ ਸਾਹਿਬਾਨ ਜਿਹਨੇ ਆਏ ਸੀ G20 ਦੇ ਵਿੱਚ, ਭਾਰਤ ਦੇ ਵਿੱਚ, ਉਹ ਪਰਸਨਲ ਬੈਨੀਫਿਟ ਤੋਂ ਉੱਤੇ ਉੱਠ ਕੇ ਦੁਨੀਆ ਬਾਰੇ ਸੋਚਦੇ ਵੀ ਪਏ ਨੇ ਕਿ ਨਹੀਂ ਸੋਚਦੇ ਪਏ ਕਿ ਐਵੇਂ ਮੀਡੀਆ ਹਾਈਪ ਕ੍ਰੀਏਟ ਕੀਤਾ ਹੋਇਆ? ਰਾਜੀਵ ਸਰ, ਇਹ ਦੋਨੋਂ ਤਰੀਕੇ ਦੇ ਨਾਲ ਜਾਂਦਾ। ਮੈਨੂੰ ਇਦਾਂ ਲੱਗਦਾ ਵੀ ਕੁਝ ਇਦਾਂ ਦੇ ਸੈਂਸਿਟਿਵ ਮੁੱਦੇ ਸੀਗੇ ਜਿਨ੍ਹਾਂ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਸੀ ਔਰ ਉਹ ਡਿਸਕਸ਼ਨ ਨਹੀਂ ਹੋਈ ਹੈ। ਗਲੋਬਲ ਫਾਈਨਾਂਸ ਦੀ ਗਲੋਬਲ ਇਹਦੀ ਬਾਇਓਫਿਊਲਸ ਦੇ ਅਲਾਈਅੰਸ ਦੀ ਗੱਲ ਕੀਤੀ ਹੈ, ਜਿਹਦੇ ਵਾਸਤੇ ਕਿਹਾ ਗਿਆ ਵੀ 20% ਜਿਹੜੀ ਇਥਾਨੋਲ ਹੈ ਉਹ ਪੈਟਰੋਲ ਦੇ ਵਿੱਚ ਬਲੈਂਡ ਕਰਨੀ ਚਾਹੀਦੀ ਹੈ ਤਾਂ ਕਿ ਪੈਟਰੋਲ ਦੇ ਉੱਤੇ ਜਾਂ ਫੋਸਲ ਫਿਊਲਸ ਦੇ ਉੱਤੇ ਜਿਹੜਾ ਰਿਲਾਇੰਸ ਹੈ ਉਹਨੂੰ ਘਟਾਇਆ ਜਾ ਸਕੇ। ਇਹਦੇ ਵਾਸਤੇ ਪੈਰਿਸ ਸਮਿਟ ਦੇ ਵੇਲੇ $100 ਬਿਲੀਅਨ ਮੁਕਰਰ ਹੋਏ ਸੀ ਕਿ ਡਿਵੈਲਪਡ ਇਕਨੋਮੀਜ਼ ਜਿਹੜੀਆਂ ਵਿਸ਼ਵ ਦੇ ਜਿਹੜੇ ਵਿਕਸਿਤ ਮੁਲਕ ਨੇ ਉਹ $100 ਬਿਲੀਅਨ ਦੀ ਰਕਮ ਦੇਣਗੇ। ਉਹਦੇ ਵਾਸਤੇ ਨਾ ਕੋਈ ਚਰਚਾ ਹੋਈ ਹੈ, ਨਾ ਉਹਦੇ ਵਾਸਤੇ ਕੋਈ ਪੈਸਾ ਆਇਆ। ਉਹ ਮੈਨੂੰ ਲੱਗਦਾ ਵੀ ਨਾ ਹੀ ਉਹਦੇ ਤੇ ਕੋਈ ਡਿਸਕਸ਼ਨ ਹੋਈ ਹੈ। ਤਾਂ ਉਸ ਲਾਈਟ ਦੇ ਵਿੱਚ ਤਾਂ ਇਦਾਂ ਲੱਗਦਾ ਵੀ ਇਹ ਹਾਈਪ ਹੀ ਹੈ, ਵੀ ਕੁਝ ਰੀਅਲਿਸਟਿਕ ਤਾਂ ਉਹਦੇ ਚੋਂ ਨਿਕਲ ਕੇ ਆਇਆ ਨਹੀਂ, ਪਹਿਲੀ ਚੀਜ਼। ਦੂਸਰਾ ਜਿਹੜਾ ਪੁਆਇੰਟ ਹੈਗਾ ਜਿਸ ਦੇ ਉੱਤੇ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ, ਜਿਸ ਤੇ ਚਰਚਾ ਹੋਣੀ ਬਣਦੀ ਸੀਗੀ ਲਾਜ਼ਮੀ, ਉਹ ਸੀਗਾ ਵੀ ਅਮਰੀਕਾ ਦੇ ਵਿੱਚ 3 ਬੈਂਕ ਫੇਲ ਹੋਏ ਨੇ। ਸਿਲੀਕਨ ਵੈਲੀ, ਸਿਗਨੇਚਰ ਬੈਂਕ, ਫਸਟ ਰਿਪਬਲਿਕ, ਇਹ ਮੇਜਰ 3 ਬੈਂਕ ਜਿਹੜੇ ਨੇ ਫੇਲ ਹੋਏ। ਉਧਰ ਕ੍ਰੈਡਿਟ ਸਵਿਸ ਜਿਹੜਾ ਹੈਗਾ ਉਹ ਫੇਲ ਹੋਇਆ ਸੀਗਾ ਸਵਿਟਜ਼ਰਲੈਂਡ ਦੇ ਵਿੱਚ। ਇਹਦੇ ਨਾਲ ਹੋਇਆ ਕੀ ਹੈ ਵੀ ਜਿਹੜੇ ਸਟਾਰਟਅਪਸ ਨੇ, ਸਟਾਰਟਅਪਸ ਦੀ ਫੰਡਿੰਗ ਦੇ ਉੱਤੇ ਇਫੈਕਟ ਪਿਆ। ਸਟਾਰਟਅਪਸ ਦੀ ਫੰਡਿੰਗ ਜਿਹੜੀ ਹੈ ਸੁੱਕ ਗਈ ਹੈ। ਉਹ ਫੰਡਿੰਗ, ਸੈਕੰਡ ਰਾਊਂਡ ਦੀ ਫੰਡਿੰਗ, ਥਰਡ ਰਾਊਂਡ ਦੀ ਫੰਡਿੰਗ ਜਿਹੜੀ ਆਣੀ ਸੀਗੀ ਉਹ ਫੰਡਿੰਗ ਨਹੀਂ ਆ ਰਹੀ। ਸੌਫਟ ਬੈਂਕ ਨੇ ਪੈਸਾ ਦੇਣਾ ਮਨਾ ਕਰਤਾ। ਟਾਈਗਰ ਵੈਲਥ ਜਿਹੜੀ ਆ ਉਹ ਪੈਸਾ ਨਹੀਂ ਦੇ ਰਹੀ ਸਟਾਰਟਅਪਸ ਨੂੰ ਕਿਉਂਕਿ ਬੈਂਕ ਹੀ ਡੁੱਬ ਗਏ ਨੇ। ਇਹਦੇ ਉੱਤੇ ਚਰਚਾ ਹੋਣੀ ਬਣਦੀ ਸੀਗੀ। ਹਿੰਦੁਸਤਾਨ ਦੇ G20 ਦੀ ਪ੍ਰੈਜ਼ੀਡੈਂਸੀ ਜਦੋਂ ਕੀਤੀ ਹੈ, ਇਹਦੇ ਚ ਇਸ ਚੀਜ਼ ਦੇ ਲਈ ਚਰਚਾ ਨਹੀਂ ਕੀਤੀ। ਹਿੰਦੁਸਤਾਨ ਦੇ ਆਪਣੇ ਜਿਹੜੇ ਸਟਾਰਟਅਪਸ ਨੇ ਉਹ ਇਹਦੇ ਚ ਮਾਰ ਖਾ ਰਹੇ ਨੇ। ਮੈਨੂੰ ਇਦਾਂ ਲੱਗਦਾ ਵੀ ਇਹਦੇ ਉੱਤੇ ਵੀ ਚਰਚਾ ਬਣਦੀ ਸੀ ਜਿਹਦੀ ਲਾਈਟ ਦੇ ਵਿੱਚ ਇਹ ਹਾਈਪ ਵੱਲ ਨੂੰ ਜਾਂਦਾ ਜ਼ਿਆਦਾ ਲੱਗ ਰਿਹਾ ਹੈ। ਤੀਸਰੀ ਚੀਜ਼ ਜਿਹੜੀ ਹੈ, ਇੱਕ ਚਾਈਨਾ ਨੇ ਜਿਹੜਾ ਬਾਇਲੇਟਰਲ ਜਿਹੜੇ ਡੈਟਸ ਦਿੱਤੇ ਹੋਏ ਆ ਮੁਲਕਾਂ ਨੂੰ, ਅਲੱਗ-ਅਲੱਗ ਮੁਲਕਾਂ ਨੂੰ ਜਿਹੜੇ ਕਰਜ਼ੇ ਦਿੱਤੇ ਹੋਏ ਆ, ਉਹਨਾਂ ਕਰਜ਼ਿਆਂ ਦੇ ਨਾਲ ਵੀ ਚੀਨ, ਇਹ ਕਿਤੇ ਨਾ ਕਿਤੇ ਡਿਸਕਸ਼ਨ ਹੋਣੀ ਲਾਜ਼ਮੀ ਸੀ ਬਈ ਚੀਨ ਉਹਨਾਂ ਦੇ ਕਰਜ਼ਿਆਂ ਨੂੰ ਕਿਵੇਂ ਕਿਵੇਂ ਹੈਲਪ ਕਰੇਗਾ, ਉਹਨਾਂ ਨੂੰ ਕੋਈ ਵੇਵ ਆਫ ਕਰੇ, ਰਾਈਟ ਆਫ ਕਰੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਦੀ ਸਪੋਰਟ ਕਰੇ। ਪਰ ਚੀਨ ਨੇ ਬੜੀ ਦੋ ਟੁਕ ਗੱਲ ਕਹਿਤੀ। ਚੀਨ ਕਹਿੰਦਾ ਵੀ ਜੇ ਇਹ G20 ਤੋਂ ਪਹਿਲਾਂ ਹੀ ਹੋ ਗਈ ਸੀ ਵੀ ਜੇ ਕਿਸੇ ਮੁਲਕ ਨੂੰ ਲੱਗਦਾ ਬਈ ਚੀਨ ਧੱਕਾ ਕਰ ਰਿਹਾ, ਤੁਸੀਂ IMF ਔਰ ਵਰਲਡ ਬੈਂਕ ਤੋਂ ਉਹਨਾਂ ਦੀ ਹੈਲਪ ਕਰਵਾ ਦਿਓ, ਚੀਨ ਨੂੰ ਨਾ ਕਹੋ ਵੀ ਉਹਨਾਂ ਦੀ ਹੈਲਪ ਕਰੇ। ਇਹਦੇ ਉੱਤੇ ਡਿਸਕਸ਼ਨ ਬਣਦੀ ਸੀ, ਜਿਹਦੀ ਡਿਸਕਸ਼ਨ G20 ਦੇ ਵਿੱਚ ਨਹੀਂ ਹੋਈ। ਚੌਥਾ ਪੁਆਇੰਟ ਜਿਹੜਾ ਹੈ ਜਿਹਦੀ ਡਿਸਕਸ਼ਨ ਬਣਦੀ ਸੀ ਔਰ ਨਹੀਂ ਹੋਈ, ਉਹ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਵਿਆਜ ਲਗਾਤਾਰ ਯੂਨਾਈਟਿਡ ਸਟੇਟਸ ਦੇ ਵਿੱਚ ਵੱਧ ਰਹੇ ਆ, ਅਸੀਂ ਦੇਖ ਰਹੇ ਹਾਂ ਲਗਾਤਾਰ ਯੂਨਾਈਟਿਡ ਸਟੇਟਸ ਨੇ, ਅਮਰੀਕਾ ਨੇ ਵਿਆਜ ਵਧਾਏ ਨੇ। ਉਹਨਾਂ ਵਿਆਜ ਦਾ ਖਾਮਿਆਜਾ ਇਹ ਹੁੰਦਾ ਵੀ ਉੱਥੇ ਵਿਆਜ ਵਧਣ ਦੇ ਨਾਲ ਜਿਹੜੇ ਪੂਅਰ ਮੁਲਕ ਨੇ, ਡਿਵੈਲਪਿੰਗ ਕੰਟਰੀਜ਼ ਨੇ, ਇਹਨਾਂ ਦੀਆਂ ਸਟਾਕ ਮਾਰਕੀਟਸ ਦੇ ਵਿੱਚੋਂ ਦੀ ਪੈਸਾ ਨਿਕਲ ਕੇ ਅਮਰੀਕਾ ਵੱਲ ਨੂੰ ਚਲਾ ਜਾਂਦਾ। ਤਾਂ ਇਹ ਜਿਹੜੇ ਮੁਲਕ ਨੇ ਡਿਵੈਲਪਿੰਗ ਔਰ ਜਿਹੜੇ ਪੂਅਰ ਇਕਨੋਮੀਜ਼ ਇਨ ਪਾਰਟਿਕੂਲਰ, ਉਹਨਾਂ ਨੂੰ $800 ਬਿਲੀਅਨ ਦਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਵਿਆਜ ਵਧਣ ਦੇ ਕਾਰਨ 1 ਸਾਲ 'ਚ। ਇਹਦੇ ਉੱਤੇ ਚਰਚਾ ਲਾਜ਼ਮੀ ਬਣਦੀ ਸੀ, ਜਿਹੜੀ ਚਰਚਾ G20 ਦੇ ਵਿੱਚ ਨਹੀਂ ਹੋਈ। ਇੱਕ ਏਦਾਂ ਲੱਗਦਾ ਸਰ, ਲਾਸਟ ਪੁਆਇੰਟ ਮੈਂ ਇਹਦੇ 'ਚ ਗੱਲ ਕਹਿਣਾ ਚਾਹੁੰਦਾ ਵੀ 990 ਕਰੋੜ ਰੁਪਏ ਰੱਖੇ ਗਏ ਸੀ ਬਜਟ ਦੇ ਵਿੱਚ G20 ਦੇ ਲਈ, ਜਦਕਿ ਜੋ ਸਾਡੇ ਸਾਹਮਣੇ ਐਸਟੀਮੇਟਸ ਨਿਕਲ ਕੇ ਆ ਰਹੇ ਵੀ G20 ਦੇ ਵਿੱਚ 4100 ਕਰੋੜ, 4100 ਕਰੋੜ ਰੁਪਈਆ ਲੱਗ ਗਿਆ। ਸਿਰਫ
ਇਹਦੀ ਐਡਵਰਟਾਈਜ਼ਮੈਂਟ ਦੇ ਲਈ, ਪਬਲਿਸਿਟੀ ਦੇ ਲਈ, ਸਾਰੇ ਅਰੇਂਜਮੈਂਟਸ ਦੇ ਲਈ। ਤਾਂ ਇਦਾਂ ਲੱਗਦਾ ਵੀ ਕਿਤੇ ਇਹ ਇਲੈਕਸ਼ਨਸ ਦੇ ਮੱਦੇਨਜ਼ਰ ਕਿਤੇ ਆਪਣੀ ਜਿਹੜੀ ਪਬਲਿਸਿਟੀ ਹੈ ਉਹਨੂੰ ਵਧਾਉਣ ਵਾਸਤੇ ਹਾਈਪ ਕ੍ਰੀਏਟ ਕਰਨ ਦਾ ਉਪਰਾਲਾ ਤਾਂ ਨਹੀਂ। ਬਿਕੋਜ਼ ਮੁੱਦੇ ਜਿਹੜੇ ਇੰਪੋਰਟੈਂਟ ਮੁੱਦੇ ਸੀ ਉਹ ਬਹੁਤ ਜ਼ਿਆਦਾ ਰਹਿ ਗਏ ਨੇ, ਜਿਨ੍ਹਾਂ ਦੇ ਉੱਤੇ ਕੋਈ ਹੱਲ ਨਹੀਂ ਨਿਕਲੇ, ਔਰ ਹੱਲ ਨਿਕਲਣਾ ਬਹੁਤ ਜ਼ਰੂਰੀ ਸੀ। ਮੁੱਦੇ ਜਿਨ੍ਹਾਂ ਤੇ ਹੱਲ ਨਿਕਲਿਆ, ਅਫਰੀਕਾ ਨੂੰ ਪਰਮਾਨੈਂਟ ਮੈਂਬਰ ਬਣਾਉਣਾ, ਠੀਕ ਹੈ ਜੀ, ਗਲੋਬਲ ਜਿਹੜਾ ਬਾਇਓਫਿਊਲਸ ਅਲਾਈਅੰਸ ਬਣਾਉਣਾ, ਉਹਦੇ ਵਾਸਤੇ ਪੈਸਾ ਨਹੀਂ ਦਿੱਤਾ। ਅਮਰੀਕਾ ਦੇ ਕਿੰਨੇ ਮੈਂਬਰ, ਅਫਰੀਕਾ ਦੇ 55 ਮੁਲਕ ਨੇ ਅਫਰੀਕਾ ਦੇ ਵਿੱਚ, ਉਹਨਾਂ ਚੋਂ ਕਿੰਨੇ ਮੈਂਬਰ ਆਉਂਦੇ ਨੇ G20 ਦੇ ਵਿੱਚ? ਬਣਦਾ G21 ਕਿੱਦਾਂ ਬਣਦਾ? ਉਹ ਇੱਕ ਫਿਊਚਰਿਸਟਿਕ ਸਟੈਪ ਹੈਗਾ। ਇਟ ਕੈਨ ਬੀ ਐਪਰੀਸ਼ੀਏਟਡ, ਪਰ ਉਹ ਆਉਣ ਵਾਲਾ ਟਾਈਮ ਹੀ ਦੱਸੇਗਾ। ਇਸੇ ਤਰੀਕੇ ਦੇ ਨਾਲ IMEU ਕੋਰੀਡੋਰ ਦੀ ਇੱਕ ਘੋਸ਼ਣਾ ਹੋ ਗਈ, ਲੇਕਿਨ ਉਹਦਾ ਬਲੂਪ੍ਰਿੰਟ ਕੁਝ ਨਹੀਂ ਦੱਸਿਆ ਗਿਆ। ਨੋ ਰੋਡ ਮੈਪ ਹੈਜ਼ ਬੀਨ ਲੇਡ ਡਾਊਨ। ਇਦਾਂ ਲੱਗਦਾ ਵੀ ਇਹ ਇੱਕ ਅਨਾਉਂਸਮੈਂਟ ਹੀ ਨਾ ਬਣ ਕੇ ਰਹਿ ਜਾਵੇ। ਜਦ ਤੱਕ ਤੁਸੀਂ ਉਹਨੂੰ ਕੰਕਰੀਟ ਕੋਈ ਸ਼ੇਪ ਅਪ ਨਹੀਂ ਕਰੋਗੇ ਤਾਂ ਉਹਦੇ ਬਾਰੇ ਬਹੁਤ ਹੀ ਜ਼ਿਆਦਾ ਡਿਟੇਲਸ ਨਹੀਂ ਆਈ। ਹਿੰਦੁਸਤਾਨ ਨੇ ਇਹ ਕਿਹਾ ਸੀ UPI ਪੇਮੈਂਟਸ, ਜਿੱਦਾਂ ਦਾ ਹਿੰਦੁਸਤਾਨ ਦਾ ਸਿਸਟਮ ਹੈਗਾ ਇਦਾਂ ਵਰਲਡ ਓਵਰ UPI ਪੇਮੈਂਟ ਦਾ ਸਿਸਟਮ ਰੱਖਿਆ ਜਾਏ। ਸਾਰੇ ਮੁਲਕਾਂ ਨੇ ਉਹਨੂੰ ਖਾਰਜ ਕਰਤਾ। ਸਾਡੇ ਤਾਂ ਜੀ ਕ੍ਰੈਡਿਟ ਕਾਰਡ ਯੂਜ਼ ਹੁੰਦੇ ਆ ਜਾਂ QR ਕੋਡ ਯੂਜ਼ ਹੁੰਦੇ ਆ, ਉਹਨਾਂ ਨੇ ਹਿੰਦੁਸਤਾਨ ਦੀ ਗੱਲ ਨਹੀਂ ਮੰਨੀ। ਸੋ ਜਿਹੜੇ ਇੰਪੋਰਟੈਂਟ ਇਸ਼ੂਜ਼ ਸੀਗੇ ਉਹ ਕਿਤੇ ਨਾ ਕਿਤੇ ਹਾਈਪ ਦੇ ਵਿੱਚ ਦਬ ਕੇ ਰਹਿ ਗਏ ਨੇ। ਰਾਜੀਵ, ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਬਜਟ 900 ਕਰੋੜ ਰੱਖਿਆ ਗਿਆ ਸੀ ਜਾਂ 1000 ਕਰੋੜ ਰੱਖਿਆ ਗਿਆ ਸੀ, ਉਹ 4000 ਕਰੋੜ ਤੇ ਚਲਾ ਗਿਆ, ਯਾਨੀ ਕਿ 3-4 ਗੁਣਾ ਵੱਧ ਗਿਆ। ਔਰ ਤੁਸੀਂ ਇਹਦੇ 'ਚ ਇੱਕ ਗੱਲ ਯੂਜ਼ ਕੀਤੀ ਹੈ ਕਿ ਹੋ ਸਕਦਾ ਹੈ ਕਿ 2024 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਇੰਡੀਆ ਦੇ ਵਿੱਚ, ਉਸ ਨੂੰ ਸਾਹਮਣੇ ਰੱਖ ਕੇ ਗਵਰਨਮੈਂਟ ਆਫ ਇੰਡੀਆ ਜੋ ਕਿ ਰੂਲਿੰਗ ਪਾਰਟੀ ਹੈ, ਉਸਨੇ ਆਪਣੀ ਹਾਈਪ ਕ੍ਰੀਏਟ ਕੀਤੀ ਹੈ ਇਲੈਕਸ਼ਨਸ ਵਾਸਤੇ, ਕਿਉਂਕਿ ਇਲੈਕਸ਼ਨ ਮੋਡ ਹੈ। ਔਰ ਐਕਸਪਰਟਸ ਜੋ ਪੋਲੀਟੀਕਲ ਪੰਡਿਤਸ ਨੇ ਉਹ ਵੀ ਇਹੀ ਮੰਨਦੇ ਨੇ ਕਿ G20 ਤੋਂ ਜੋ ਰੂਲਿੰਗ ਪਾਰਟੀ ਹੈ ਇੰਡੀਆ ਦੇ ਵਿੱਚ, ਉਹਨੇ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂ ਕੀਤੀ ਹੈ। ਦਿਸ ਇਜ਼ ਵਾਟ ਦੇ ਐਨਾਲਾਈਜ਼। ਸੋ ਇਹ ਵੀ ਗੱਲ ਸਾਨੂੰ ਸਾਹਮਣੇ ਰੱਖਣੀ ਪਏਗੀ। ਸੋ ਇਹ ਸਾਰੀ ਡਿਸਕਸ਼ਨ ਦੀ ਲਾਈਟ ਦੇ ਵਿੱਚ ਅਸੀਂ ਫਿਰ ਆਪਣੇ ਪਹਿਲੇ ਸਵਾਲ ਤੇ ਹੀ ਆਉਂਦੇ ਹਾਂ। US ਦਾ ਕੀ ਰੋਲ ਰਿਹਾ ਹੈ, ਕਿੰਨਾ ਕੁ ਇੰਪੋਰਟੈਂਟ ਰੋਲ ਰਿਹਾ ਹੈ ਤੇ ਇੰਡੀਆ ਕਿੱਥੇ ਖੜਾ ਹੈ? ਰਾਜੀਵ। US ਨੇ ਹਿੰਦੁਸਤਾਨ ਨੂੰ ਇਹਨਾਂ ਮੁਲਕਾਂ ਦੀ ਗੈਰ ਹਾਜ਼ਰੀ ਦੇ ਵਿੱਚ, ਦੋ ਇੰਪੋਰਟੈਂਟ ਮੁਲਕ ਰਸ਼ੀਆ ਔਰ ਚਾਈਨਾ, ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ US ਨੇ ਹਿੰਦੁਸਤਾਨ ਨੂੰ ਔਰ ਹਿੰਦੁਸਤਾਨ ਦੇ ਨਾਲ ਰਲ ਕੇ ਇਹਨੂੰ ਇੱਕ ਪਲੇਟਫਾਰਮ ਦੇ ਤੌਰ ਤੇ ਯੂਜ਼ ਕੀਤਾ ਹੈ, ਜਿੱਥੇ ਕਿ ਅਮਰੀਕਾ ਔਰ ਇੰਡੀਆ ਕਲੋਜ਼ਲੀ ਆ ਕੇ ਖੜੇ ਹੋ ਗਏ ਹੈ ਇਸ ਦੂਜੇ ਗਰੁੱਪ ਦੇ ਅਗੇਂਸਟ। ਰਾਈਟ, ਤੋ ਦਿਸ ਇਜ਼ ਦ ਬੋਟਮ ਲਾਈਨ। ਔਰ ਇਹ ਹੁਣ ਕਿੱਦਾਂ ਪ੍ਰੋਫਿਟ ਦੇ ਵਿੱਚ ਬਦਲੇਗੀ ਗੱਲ, ਔਰ ਇਹ ਸਾਰੀ ਕੈਮਿਸਟਰੀ ਕਿੱਦਾਂ ਪੂਰੀ ਦੁਨੀਆ ਵਾਸਤੇ ਫਾਇਦੇਮੰਦ ਸਾਬਿਤ ਹੋ ਸਕਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਇਸ ਵਕਤ ਤੇ ਹਜੇ ਨਵੀਂ ਇਹ ਮੀਟਿੰਗ ਮੁੱਕੀ ਹੈ। ਸੋ ਜਾਂਦੇ ਜਾਂਦੇ ਇੱਕ ਫਾਈਨਲ ਸਟੇਟਮੈਂਟ ਰਾਜੀਵ, ਇੰਡੀਅਨ ਇਕਨੋਮੀ ਇਸ ਵਕਤ ਕਿਸ ਅਵਸਥਾ ਦੇ ਵਿੱਚ ਹੈ? ਹਿੰਦੁਸਤਾਨ ਦੀ ਇਕਨੋਮੀ ਦੇ ਅੱਗੇ ਬਹੁਤ ਸਾਰੇ ਚੈਲੰਜਸ ਖੜੇ ਨੇ ਸਰ। ਸਭ ਤੋਂ ਵੱਡੀ ਖੰਨਾ ਸਾਹਿਬ ਜਿਹੜਾ ਚੈਲੰਜ ਹੈ ਉਹ ਇਨਫਲੇਸ਼ਨ ਨੂੰ ਲੈ ਕੇ ਹੈ। ਇਨਫਲੇਸ਼ਨ ਹਜੇ ਤੱਕ ਕੰਟਰੋਲ ਨਹੀਂ ਹੋ ਰਹੀ ਹੈ। ਐਤਕੀ ਦਾ ਵੀ ਜਿਹੜਾ ਅੰਕੜੇ ਆਏ ਨੇ ਹਿੰਦੁਸਤਾਨ ਦੀ ਸਰਕਾਰ ਦੁਆਰਾ, ਉਹ ਅੰਕੜੇ ਜ਼ਾਹਰ ਕਰਦੇ ਨੇ ਕਿ ਫੂਡ ਇਨਫਲੇਸ਼ਨ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ। ਮੌਨਸੂਨ ਨਹੀਂ ਹੋਇਆ ਠੀਕ ਤਰੀਕੇ ਦੇ ਨਾਲ, ਭਾਵੇਂ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਪਰ ਮੈਜੋਰਿਟੀ ਜਗ੍ਹਾ ਤੇ ਮੌਨਸੂਨ ਜਿਹੜਾ ਹੈ ਇਹ ਠੀਕ ਤਰੀਕੇ ਨਾਲ ਨਹੀਂ ਹੋਈਆਂ। ਜਦੋਂ ਇਸ ਵੇਲੇ ਫਸਲਾਂ ਦੀ ਮੈਚਿਓਰਿਟੀ ਦਾ ਟਾਈਮ ਹੈ, ਦਾਲਾਂ ਦਾ, ਜਿਹੜੇ ਮਸਾਲਿਆਂ ਦਾ, ਇਸ ਵੇਲੇ ਗੰਨੇ ਦਾ, ਮੌਨਸੂਨ ਦੀ ਪ੍ਰੋਬਲਮ ਰਹੀ ਹੈ, ਤਾਂ ਫੂਡ ਇਨਫਲੇਸ਼ਨ ਜਿਹੜੀ ਹੈ ਹੋਰ ਵੱਧ ਸਕਦੀ ਹੈ। ਦੂਜੇ ਪਾਸੇ ਜਿਹੜੀ ਕਰੂਡ ਦੀ ਰੇਟ ਨੇ, ਕਰੂਡ ਜਿਹੜਾ ਹੈ, ਕਰੂਡ ਆਇਲ, ਤੇਲ ਦੇ ਰੇਟ ਵਧਣ ਦੇ ਕਾਰਨ ਇੱਕ ਪਾਸੇ ਸਰਕਾਰ ਜਿਹੜੀ ਹੈ 200 ਰੁਪਈਆ ਗੈਸ ਦੇ ਉੱਤੇ ਸਬਸਿਡੀ ਦੇ ਰਹੀ ਹੈਗੀ ਹੈ ਸਾਡੀ, ਉਧਰੋਂ ਤੇਲ ਦੇ ਰੇਟ ਜਿਹੜੇ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ $95 ਪ੍ਰਤੀ ਬੈਰਲ ਪਹੁੰਚ ਗਏ ਆ, ਰੁਪਈਆ ਟੁੱਟਣ ਲੱਗ ਗਿਆ ਹੈਗਾ। ਤਾਂ ਮਾਹੌਲ ਜਿਹੜਾ ਹੈ ਹਿੰਦੁਸਤਾਨ ਦੀ ਸਰਕਾਰ ਦੇ ਲਈ ਕਿਤੇ ਨਾ ਕਿਤੇ ਟਫ ਹੁੰਦਾ ਜਾ ਰਿਹਾ। ਕੋਲੇ ਦਾ ਇੰਪੋਰਟ, ਕੱਲ ਪਰਸੋਂ ਸਟੇਟਮੈਂਟ ਆਈ ਹੈ ਸਰਕਾਰ ਦੇ ਮਿਨਿਸਟਰੀ ਦੇ ਵਿੱਚੋਂ ਦੀ ਕਿ ਕੋਲਾ ਜਿਹੜਾ ਹੈ, ਸਰਕਾਰ ਦੀ ਸਪਲਾਈ ਜਿਹੜੀ ਹੈ ਕੋਲੇ ਦੀ ਉਹ ਘਟ ਗਈ ਹੈ, ਜਿੰਨੀ ਬਿਜਲੀ ਦੀ ਮੰਗ ਹੋਈ ਹੈ, ਕਿਉਂਕਿ ਮੌਨਸੂਨ ਪ੍ਰੋਪਰ ਨਹੀਂ ਹੋਇਆ, ਬਿਜਲੀ ਦੀ ਮੰਗ ਵੱਧ ਗਈ ਹੈ। ਇਹਦੇ ਕਰਕੇ ਸਾਡਾ ਇੰਪੋਰਟ ਜਿਹੜਾ ਹੈ ਕੋਲੇ ਦੇ ਉੱਤੇ ਹੋਰ ਹੋ ਰਿਹਾ, ਜਿਹਦੇ ਨਾਲ ਹੋਰ ਫੋਰਨ ਜਿਹੜੀ ਸਾਡੀ ਐਕਸਚੇਂਜ ਹੈਗੀ ਹੈ ਉਹਦਾ ਆਊਟਫਲੋ ਹੋ ਰਿਹਾ। ਸੋ ਮਾਹੌਲ ਜਿਹੜਾ ਹੈ ਟਾਈਟ ਹੈ ਹਿੰਦੁਸਤਾਨ ਦੇ ਲਈ। ਥੈਂਕ ਯੂ ਸੋ ਮਚ ਰਾਜੀਵ, ਤੁਸੀਂ ਇਸ ਸਬਜੈਕਟ ਦੇ ਉੱਤੇ
ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਔਰ ਅਸੀਂ ਹੋਪ ਕਰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਸਭ ਕੁਝ ਸੁਖਾਵਾਂ ਹੋਵੇ ਔਰ ਹਰ ਦੇਸ਼ ਦੀ ਗਵਰਨਮੈਂਟ ਨੂੰ ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਕਿੱਦਾਂ ਵੱਧ ਤੋਂ ਵੱਧ ਆਪਣੇ ਸਿਟੀਜ਼ਨਸ ਦੀ ਭਲਾਈ ਹੋਵੇ ਔਰ ਆਪਣੇ ਸਿਟੀਜ਼ਨਸ ਦਾ ਜੀਵਨ ਕਿੱਦਾਂ ਹੋਰ ਸੁਖਾਲਾ ਬਣਾਇਆ ਜਾਵੇ, ਰਿਸਪੈਕਟਫੁਲ ਬਣਾਇਆ ਜਾਵੇ। ਥੈਂਕ ਯੂ ਸੋ ਮਚ ਰਾਜੀਵ, ਥੈਂਕ ਯੂ ਸਰ ਵੈਰੀ ਮਚ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।